सब्सक्राइब करें नेशनल बस और साथ ही दबाएं बेल आइकन। सैनी ने ਲਈ ਹੈ ਤੇ ਇਹਨੇ ਕਿਉਂ ਨਹੀਂ ਲਈ? ਸਭ ਤੋਂ ਵੱਡਾ ਅੱਜ ਸਵਾਲ ਇਹ ਹੈ ਕਿ ਐਸਆਈਟੀ ਨੇ KIP ਸਿੰਘ ਨੂੰ ਅਰੈਸਟ ਕਿਉਂ ਨਹੀਂ ਕੀਤਾ। ਵਕੀਲ ਸਾਹਿਬ ਤੁਸੀਂ ਜਾਂ ਤਾਂ ਬੋਲਣਾ ਨਹੀਂ ਚਾਹੁੰਦੇ ਜਾਂ ਤੁਸੀਂ ਐਕਸੈਪਟ ਕਰਨਾ ਨਹੀਂ ਚਾਹੁੰਦੇ। ਐਸਆਈਟੀ ਨੇ ਸਮਨ ਭੇਜਿਆ ਹੈ ਜਾਂ ਨਹੀਂ ਭੇਜਿਆ? ਪੁਲਿਸ ਫਾਈਲ ਦੇ ਕਾਗਜ਼ ਸੁਮੇਧ ਸੈਣੀ ਕੋਲ ਕਿੱਥੋਂ ਆ ਗਏ? ਬਰਗਾੜੀ ਕੇਸ ਦੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਵਿਰਕ ਸਾਹਿਬ ਤਾਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਗਏ। ਉਹ ਸਾਰਾ ਕੁਝ ਮੈਂ ਕੋਰਟ ਦੇ ਵਿੱਚ ਦਿੱਤਾ ਹੈ। ਸਾਡੇ ਨਾਲ ਪ੍ਰਦੀਪ ਵਿਰਕ ਨੇ ਜਿਹੜੇ ਕਿ ਬਲਵੰਤ ਸਿੰਘ ਮੁਲਤਾਨੀ ਦੇ ਐਡਵੋਕੇਟ ਨੇ, ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਸ ਕੇਸ ਦੀ ਅਸਲ 'ਚ ਹੁਣ ਸੱਚਾਈ ਹੈ ਕੀ। ਵਿਰਕ ਸਾਹਿਬ, KIP ਸਿੰਘ ਦਾ ਕਹਿਣਾ ਹੈ ਕਿ ਉਸ ਨੇ ਇਨਵੈਸਟੀਗੇਸ਼ਨ ਜੁਆਇਨ ਕੀਤੀ ਔਰ ਜੁਆਇਨ ਕਰਨ ਤੋਂ ਬਾਅਦ ਉਹ SIT ਨੂੰ ਦੱਸ ਕੇ ਬਾਹਰ ਗਿਆ ਹੈ। ਔਰ ਦੂਸਰੇ ਪਾਸੇ SIT ਇਹ ਗੱਲ ਕਹਿ ਰਹੀ ਹੈ, ਕੋਰਟ 'ਚ ਵੀ ਕਾਗਜ਼ ਉਹਨੇ ਲਾਏ ਨੇ ਕਿ ਉਹ ਸਾਨੂੰ ਬਗੈਰ ਦੱਸੇ ਗਿਆ ਔਰ ਉਸ ਨੇ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ। ਹੁਣ ਤੁਹਾਨੂੰ ਇਸ ਕੇਸ 'ਚ ਕੀ ਅਪਡੇਟ ਹੈ? ਦੇਖੋ ਜੀ, ਐਜ਼ ਅ ਲਾਇਰ ਮਤਲਬ ਮੈਂ ਕੰਪਲੇਨੈਂਟ ਦਾ ਲਾਇਰ ਹਾਂ, ਸੋ ਇਸ ਕਰਕੇ ਇਨਵੈਸਟੀਗੇਸ਼ਨ ਦੀਆਂ ਡਿਟੇਲਸ ਮੇਰੇ ਕੋਲ ਨਹੀਂ ਹੁੰਦੀਆਂ। ਇਹ ਹੁਣ ਜਾਂ ਤਾਂ ਤੁਹਾਨੂੰ ਜਿਹੜੇ SPP ਨੇ ਨਰੂਲਾ ਸਾਹਿਬ ਉਹ ਦੱਸ ਸਕਦੇ ਨੇ ਜਾਂ SIT ਵੱਲੋਂ ਕੋਈ ਦੱਸ ਸਕਦਾ ਕਿ ਇਸ ਕੇਸ ਦੇ ਵਿੱਚ ਕੀ ਅਪਡੇਟਸ ਨੇ, ਉਹਨੂੰ ਕਦੋਂ ਸਮਨ ਭੇਜੇ ਗਏ, ਉਹਦਾ ਕੀ ਜਵਾਬ ਆਇਆ। ਇੰਨਾ ਜ਼ਰੂਰ ਹੈ ਕਿ ਕੋਰਟ ਦੇ ਵਿੱਚੋਂ ਵਾਰੰਟਸ ਲਏ ਗਏ ਸੀ। ਮੈਨੂੰ ਇਹ ਡਿਟੇਲਸ ਮਿਲਦੀਆਂ ਜਦੋਂ ਕੋਰਟ ਦੇ ਵਿੱਚ ਚੀਜ਼ ਹੁੰਦੀ ਹੈ। ਹੁਣ ਇੱਥੇ SIT ਨੇ ਜਦੋਂ ਵਾਰੰਟਸ ਲਏ ਉਹਦੀ ਮੈਨੂੰ ਕੋਈ ਨੌਲੇਜ ਨਹੀਂ, ਬੇਸ਼ੱਕ ਕੋਰਟ ਤੋਂ ਹੀ ਲਏ। ਕੋਰਟ ਦੇ ਵਿੱਚ ਜਦੋਂ ਐਪਲੀਕੇਸ਼ਨ ਲਾਈ ਗਈ ਸੀ ਉਦੋਂ ਨਹੀਂ ਮੈਨੂੰ ਕੁਝ ਉਸ ਚੀਜ਼ ਦੀ ਨੌਲੇਜ, ਕਿਉਂਕਿ ਉਹ SIT ਔਰ ਜਾਂ ਮਤਲਬ ਕੋਰਟ ਐਂਡ KIP ਸਿੰਘ ਇਹਨਾਂ ਦੇ ਵਿੱਚ ਸੀ ਸਿਰਫ। ਬਾਕੀ ਥਾਵਾਂ ਤੇ ਐਜ਼ ਕੰਪਲੇਨੈਂਟਸ ਕਾਊਂਸਲ ਮੈਂ ਪੇਸ਼ ਹੁੰਦਾ ਰਿਹਾ। ਇੱਥੇ ਤਾਂ ਇਹਨਾਂ ਨੇ ਅਰਜ਼ੀ ਲਾਈ, ਵਾਰੰਟਸ ਇਸ਼ੂ ਹੋ ਗਏ, ਉਸ ਤੋਂ ਬਾਅਦ ਉਹ ਅਰਜ਼ੀ ਕੰਟੈਸਟ ਹੋਈ। ਔਰ ਹੁਣ ਜਿਹੜੀ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਪਾਈ ਹੋਈ ਹੈ KIP ਸਿੰਘ ਨੇ, ਉਹਦੇ ਵਿੱਚ ਵੀ ਸਟੇਟ ਪਾਰਟੀ ਹੈ। ਕੰਪਲੇਨੈਂਟ ਨੂੰ ਉਹਨੇ ਪਾਰਟੀ ਨਹੀਂ ਬਣਾਇਆ। ਹੁਣ ਸਟੇਟ ਨੇ ਉਹਨੂੰ ਸਮਨ ਭੇਜਿਆ ਜਾਂ ਨਹੀਂ ਭੇਜਿਆ, ਜਾਂ ਜੋ CCTV ਫੁਟੇਜ ਤੇ ਉਹ ਰੈਫਰ ਕਰਕੇ ਆਪਣਾ ਡਿਫੈਂਸ ਬਣਾ ਰਿਹਾ ਹੈ ਕਿ ਜੀ SHO ਮੇਰੇ ਘਰ ਆਇਆ ਹੈ, ਮੈਂ ਉਹਨੂੰ ਮਿਲਿਆ ਔਰ ਅਗਲੇ ਦਿਨ ਮੈਂ SIT ਦੇ ਉੱਥੇ ਪੇਸ਼ ਵੀ ਹੋਇਆ। ਉਹ ਚੀਜ਼ਾਂ ਦੀ ਨੌਲੇਜ ਜਾਂ KIP ਨੂੰ ਹੋਊਗੀ ਜਾਂ SIT ਨੂੰ ਹੋਊਗੀ, ਮੈਂ ਉਹਦੇ ਵਿੱਚ ਕੁਝ ਨਹੀਂ ਕਹਿ ਸਕਦਾ। ਬਿਕੋਜ਼ ਮੇਰੇ ਕੋਲ ਉਸ ਚੀਜ਼ ਦਾ ਨਾ ਪ੍ਰੂਫ ਹੈ, ਨਾ ਮੈਨੂੰ SIT ਨੇ ਕਿਸੇ ਸਟੇਜ ਤੇ ਉਹ ਡਿਟੇਲ ਦਿੱਤੀ ਹੈ, ਨਾ ਉਹ ਡਿਟੇਲ ਜਦੋਂ ਕੋਰਟ ਦੇ ਵਿੱਚ ਆਈ ਸੀ ਉਸ ਵੇਲੇ ਕਿਤੇ ਮੈਂ ਪਾਰਟੀ ਸੀ। ਐਜ਼ ਅ ਕੰਪਲੇਨੈਂਟ ਕਾਊਂਸਲ ਉਹ ਤਫਤੀਸ਼ ਦੇ ਵਿੱਚ ਮੇਰੀ ਇੰਟਰਫੀਅਰੈਂਸ ਹੋਊਗੀ, ਸੋ ਮੈਂ ਉਹ ਚੀਜ਼ ਕਰਦਾ ਨਹੀਂ। ਵਿਰਕ ਸਾਹਿਬ, KIP ਸਿੰਘ ਦਾ ਇਹ ਕਹਿਣਾ ਹੈ ਕਿ ਮੈਂ 2 ਤਰੀਕ ਨੂੰ ਆਪਣੇ ਬੇਟੇ ਦੇ ਨਾਲ SHO ਦੇ ਨਾਲ ਗਿਆ ਔਰ ਮੈਂ ਥਾਣੇ 'ਚ ਪੇਸ਼ ਹੋਇਆ। ਫਿਰ ਉਸਨੇ ਇਹ ਵੀ ਗੱਲ ਕਹੀ ਕਿ 3 ਤਰੀਕ ਨੂੰ ਮੈਂ ਔਰ ਮੇਰਾ ਲਾਇਰ ਗਏ ਹਾਂ, ਅਸੀਂ ਪੇਸ਼ ਹੋਏ ਹਾਂ ਔਰ ਸਾਡੀ ਇਨਵੈਸਟੀਗੇਸ਼ਨ ਹੋਈ ਹੈ। ਇਨਵੈਸਟੀਗੇਸ਼ਨ ਤੋਂ ਬਾਅਦ SIT ਦੇ ਮੈਂਬਰਾਂ ਨੇ ਕਹਿ ਦਿੱਤਾ ਵੀ ਵੀ ਡੋਂਟ ਰਿਕੁਆਇਰ ਹਿਮ ਐਨੀ ਮੋਰ, ਯੂ ਕੈਨ ਗੋ। ਠੀਕ ਹੈ। ਹੁਣ KIP ਸਿੰਘ ਕਹਿੰਦਾ ਹੈ ਜੀ ਮੇਰੇ ਟਾਵਰ ਦੀ ਲੋਕੇਸ਼ਨ, ਮੇਰੀ CCTV ਦੀ ਉਹ। ਦੂਸਰੇ ਪਾਸੇ SIT ਕਹਿੰਦੀ ਹੈ ਕਿ ਜੀ ਟਾਵਰ ਲੋਕੇਸ਼ਨ ਔਰ ਇਹ ਸਭ ਮੈਨੂਪੂਲੇਟਡ ਹੈ। ਇਹਨੂੰ ਪਤਾ ਸੀ ਕਿ ਅਸੀਂ ਇਹ ਕਿਉਂਕਿ SHO ਰਿਹਾ ਹੈ, ਇਹਨੂੰ ਪੁਲਿਸ ਦੇ ਸਾਰੇ ਹੱਥ ਕੰਡੇ ਪਤਾ ਹੈ, ਕ੍ਰਾਈਮ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਕ੍ਰਾਈਮ ਨੂੰ ਕਿਵੇਂ ਕ੍ਰਾਈਮ 'ਤੇ ਪਰਦਾ ਪਾਇਆ ਜਾਂਦਾ, ਸਾਰੇ ਹੱਥ ਕੰਡੇ ਇਹਨੂੰ ਪਤਾ ਹੈ। ਇਸ ਕਰਕੇ ਇਹ ਝੂਠ ਬੋਲ ਰਿਹਾ ਹੈ, ਇਹ ਸਾਡੇ ਨਾਲ ਉੱਥੇ ਨਹੀਂ ਆਇਆ। ਹੁਣ ਸਵਾਲ ਇਹ ਹੈ ਕਿ ਇਸ ਚੀਜ਼ ਨੂੰ ਕੌਣ ਸੱਚਾਈ ਬਾਹਰ ਲੈ ਕੇ ਆਏਗਾ ਕਿ KIP ਸਿੰਘ ਥਾਣੇ 'ਚ ਆਇਆ ਕਿ ਨਹੀਂ ਆਇਆ। ਇੱਕ ਤਾਂ ਥਾਣੇ ਦੇ ਵਿੱਚ ਵੀ CCTV ਲੱਗੇ ਹੁੰਦੇ ਨੇ, ਉਹਦੀ ਰਿਕਾਰਡਿੰਗ ਹਾਲੇ ਤੱਕ ਮੇਰੀ ਨੌਲੇਜ 'ਚ ਨਹੀਂ ਹੈ ਵੀ ਥਾਣੇ ਵਾਲਿਆਂ ਨੇ ਉਹਦੀ ਕੋਈ ਰਿਕਾਰਡਿੰਗ ਲਾਈ ਹੈ। ਲੇਕਿਨ ਕਿਆ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਵੀ SIT ਕਿਤੇ ਨਾ ਕਿਤੇ ਇਸ ਕੇਸ ਨੂੰ ਕਮਜ਼ੋਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਇੱਕ ਐਜ਼ ਅ ਕੰਪਲੇਨੈਂਟ ਕਾਊਂਸਲ ਜੇ ਮੈਂ SIT ਦੇ ਐਂਗਲ ਤੋਂ ਦੇਖਾਂ, ਇੱਕ ਕੰਪਲੇਨੈਂਟ ਦੇ ਕਾਊਂਸਲ ਦਾ ਕੰਮ ਹੁੰਦਾ ਹੈ ਸਟੇਟ ਨੂੰ ਜਾਂ ਪ੍ਰੋਸੀਕਿਊਸ਼ਨ ਨੂੰ ਅਸਿਸਟ ਕਰਨਾ। ਹੁਣ ਜੇ ਹੁਣ ਤੱਕ ਵੀ ਮੈਂ ਕੋਈ ਰੋਲ ਪਲੇ ਕੀਤਾ, ਮੈਂ ਉਹਨੂੰ ਉਹ SIT ਨੂੰ ਜਾਂ ਸਰਕਾਰ ਨੂੰ ਸਮਝੋ ਅਸਿਸਟ ਕੀਤਾ ਹੈ ਕੋਰਟ ਦੇ ਵਿੱਚ, ਜਿਹਦੇ ਵਿੱਚ ਜਿਹੜੇ ਮਟੀਰੀਅਲ ਇਹਨਾਂ ਕੋਲ ਨਹੀਂ ਸੀ, ਜਿਵੇਂ ਸੈਣੀ ਦੇ ਖਿਲਾਫ ਮਟੀਰੀਅਲ ਜੋ ਇਹਨਾਂ ਕੋਲ ਨਹੀਂ ਸੀ, ਮੈਂ ਉਹ ਡਿਟੇਲਸ ਪ੍ਰੋਵਾਈਡ ਕੀਤੀਆਂ ਕੋਰਟ ਦੇ ਵਿੱਚ ਔਨ ਰਿਕਾਰਡ ਫਾਈਲ ਕਰਕੇ, ਯੂਨਾਈਟਿਡ ਨੇਸ਼ਨਸ ਦੀ ਰਿਪੋਰਟ
ਜਸਟਿਸ ਝਾਂਜੀ ਦਾ ਆਰਡਰ ਕਿ ਕਿਵੇਂ ਹਾਈ ਕੋਰਟ ਨੂੰ ਇੰਟੀਮੀਡੇਟ ਕੀਤਾ ਹੈ, ਜਸਟਿਸ ਤੀਰਥ ਸਿੰਘ ਠਾਕੁਰ ਦੀਆਂ ਦੀ ਲੈਟਰ, ਉਹ ਸਾਰਾ ਕੁਝ ਮੈਂ ਕੋਰਟ ਦੇ ਵਿੱਚ ਦਿੱਤਾ ਹੈ ਕਿ ਇਹਦੇ ਆ ਕ੍ਰੈਡੈਂਸ਼ੀਅਲਸ ਨੇ, ਇਹੋ ਜਿਹਾ ਇਹ ਆਫਿਸਰ ਹੈ ਔਰ ਇਹਨੂੰ ਕੰਸੀਡਰ ਕੀਤਾ ਜਾਵੇ। ਉਸ ਤੋਂ ਇਲਾਵਾ ਜੋ ਹੋਰ ਫੈਕਟਸ ਇਸ ਕੇਸ ਦੇ ਰੈਲੇਵੈਂਟ ਸੀ ਉਹ ਚੀਜ਼ਾਂ ਅੱਗੇ ਲਿਆ ਕੇ, ਜੋ ਵਿਟਨੈਸਿਸ ਦੀਆਂ ਚੀਜ਼ਾਂ ਮਿਲੀਆਂ ਉਹ ਅੱਗੇ ਲਿਆ ਕੇ। ਹੁਣ ਜੇ SIT ਕੋਈ ਕਮੀ ਛੱਡਦੀ ਵੀ ਹੈ, ਉਹ ਐਜ਼ ਅ ਕੰਪਲੇਨੈਂਟ ਲਾਇਰ ਮੈਂ ਉਹਨੂੰ, ਮੇਰਾ ਕੰਮ ਉਹਨੂੰ ਪੂਰਾ ਕਰਨਾ ਹੈ। ਹੁਣ ਮੈਂ ਅੱਜ ਦੀ ਤਰੀਕ ਦੇ ਵਿੱਚ ਜਦੋਂ ਤੱਕ ਚਲਾਨ ਨਹੀਂ ਫਾਈਲ ਕਰਦੇ, ਮੇਰੇ ਹੱਥ ਕੁਝ ਨਹੀਂ ਹੈ ਕਿ ਮੈਂ ਕਹਾਂ ਕਿ SIT ਠੀਕ ਤਰ੍ਹਾਂ ਤਫਤੀਸ਼ ਕਰ ਰਹੀ ਹੈ ਜਾਂ ਨਹੀਂ ਕਰ ਰਹੀ, ਬਿਕੋਜ਼ ਮੇਰੇ ਕੋਲ ਉਹ ਡਿਟੇਲਸ ਨਹੀਂ ਹੈ ਜਿਹੜੀਆਂ ਫਾਈਨਲ ਡਿਟੇਲਸ ਆਉਂਦੀਆਂ ਹੈ ਕਿ ਜੀ ਰੋਜ਼ ਡੇ ਟੂ ਡੇ ਬੇਸਿਸ ਤੇ ਕੀ ਤਫਤੀਸ਼ ਹੋ ਰਹੀ ਹੈ ਕੀ ਨਹੀਂ ਹੋ ਰਹੀ। ਹੁਣ ਮੰਨ ਲਓ KIP ਸਿੰਘ, ਮੈਨੂੰ ਤਾਂ ਇਸ ਚੀਜ਼ ਨਾਲ ਹੀ ਕੰਟੈਂਟਡ ਫੀਲ ਕਰਨਾ ਪੈ ਰਿਹਾ ਹੈ ਕਿ ਜੇ ਉਹ ਨਹੀਂ ਵੀ ਪੇਸ਼ ਹੋਇਆ, ਐਟਲੀਸਟ 15 ਜਨਵਰੀ ਤੱਕ ਉਹਨੂੰ ਪੇਸ਼ ਹੋਣਾ ਪੈਣਾ। ਸੋ ਜੇ ਉਸ ਐਂਗਲ ਤੋਂ ਦੇਖੀਏ, ਮੈਨੂੰ ਇੱਕ ਕੰਸਟਰਕਟਿਵ ਸਾਈਡ ਲੈਣੀ ਪੈਂਦੀ ਹੈ, ਬਿਕੋਜ਼ ਅਲਟੀਮੇਟਲੀ ਤਫਤੀਸ਼ ਤਾਂ ਚੱਲ ਰਹੀ ਹੈ ਨਾ। ਸੈਣੀ ਅਰੈਸਟ ਨਹੀਂ ਹੋਇਆ ਇੱਕ ਆਸਪੈਕਟ ਹੈ, ਪਰ ਤਫਤੀਸ਼ ਜੁਆਇਨ ਕਰਨ ਦੀ ਡਾਇਰੈਕਸ਼ਨ ਹੋਗੀ, ਤਫਤੀਸ਼ ਤਾਂ ਚੱਲ ਰਹੀ ਹੈ। ਵਿਰਕ ਸਾਹਿਬ, ਉਹਦਾ ਇਹ ਕਹਿਣਾ ਹੈ ਕਿ ਜੇ SIT ਚਾਹੁੰਦੀ ਤਾਂ ਮੈਨੂੰ ਅਰੈਸਟ ਕਰ ਸਕਦੀ ਸੀ, SIT ਨੇ ਉਹਨੂੰ ਕਿਉਂ ਨਹੀਂ ਅਰੈਸਟ ਕੀਤਾ? ਸਭ ਤੋਂ ਵੱਡਾ ਅੱਜ ਸਵਾਲ ਇਹ ਹੈ ਕਿ SIT ਨੇ KIP ਸਿੰਘ ਨੂੰ ਅਰੈਸਟ ਕਿਉਂ ਨਹੀਂ ਕੀਤਾ, ਔਰ ਉਹਨੂੰ ਅਰੈਸਟ ਕਰਨ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ, ਉਹਦੀ ਇੰਟੈਰੋਗੇਸ਼ਨ ਕਿਉਂ ਨਹੀਂ ਕੀਤੀ? ਉਹਦਾ ਡਾਇਰੈਕਟ ਇੰਪੈਕਟ ਕਿਆ ਤੁਹਾਡੇ ਕੇਸ ਤੇ, ਤੁਹਾਡੇ ਕਲਾਇੰਟ ਤੇ ਨਹੀਂ ਪੈ ਰਿਹਾ? ਮੈਂ ਦੋ ਹਿੱਸਿਆਂ 'ਚ ਇਸ ਚੀਜ਼ ਦਾ ਜਵਾਬ ਦੇਣਾ। ਪਹਿਲਾ ਹਿੱਸਾ ਤਾਂ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ, ਉਹ ਤਾਂ ਵੇਖੋ, ਉਹ ਇੱਕ ਸਵਾਲ ਤਾਂ ਤੁਸੀਂ ਮੈਨੂੰ ਪਹਿਲਾਂ ਵੀ ਇੱਕ ਵਾਰੀ ਇੰਟਰਵਿਊ 'ਚ ਪੁੱਛਿਆ ਸੀ ਕਿ ਜੀ KIP ਸਿੰਘ ਥਾਣੇ ਦਾ SHO ਅਕਿਊਜ਼ਡ ਕਿਉਂ ਨਹੀਂ ਬਣਿਆ। ਉਹ SIT ਦਾ ਰੋਲ ਹੈ, ਉਹ ਕਿੱਥੇ ਢਿੱਲ ਦਿੰਦੇ ਹੈ, ਕਿਉਂ ਦਿੰਦੇ ਹੈ, ਜਾਂ ਆਪਣੇ ਵੱਲੋਂ ਜ਼ੋਰ ਲਾ ਰਹੇ। ਵੇਖੋ, ਆਫਟਰ ਆਲ ਇੱਕ ਹਾਈ ਪ੍ਰੋਫਾਈਲ ਮੈਟਰ ਦੇ ਵਿੱਚ ਉਹਨਾਂ ਨੂੰ ਵੀ ਓਵਰ ਕੌਸ਼ੀਅਸਲੀ ਚੱਲਣਾ ਪੈਂਦਾ ਹੈ। ਓਬਵੀਅਸ ਜੀ ਗੱਲ ਹੈ, ਜੇ KIP ਸਿੰਘ ਅਕਿਊਜ਼ਡ ਹੈ ਔਰ ਇਹ 3 ਤਰੀਕ ਨੂੰ ਪੇਸ਼ ਹੋਇਆ ਹੋਊਗਾ ਤੇ ਉਹਨਾਂ ਨੇ ਅਰੈਸਟ ਇਹਨੂੰ ਕਰਨਾ ਸੀ। ਇੰਨਾ ਕੱਚਾ ਮੇਰੇ ਖਿਆਲ ਨਾਲ KIP ਸਿੰਘ ਵੀ ਨਹੀਂ ਹੋਣਾ ਕਿ ਉਹਨਾਂ ਨੇ ਬੁਲਾਇਆ ਔਰ ਇਹ ਜਾ ਕੇ ਪੇਸ਼ ਹੋ ਗਿਆ। ਮੈਨੂੰ ਇਹ ਗੱਲ ਤਾਂ ਨਹੀਂ ਜੱਚ ਰਹੀ, ਬਿਕੋਜ਼ ਕੋਈ ਵੀ ਪੁਲਿਸ ਵਾਲਾ ਹੁੰਦਾ, ਬਾਕੀ ਸਾਰਿਆਂ ਨੇ ਐਂਟੀਸਪੇਟਰੀ ਬੇਲਸ ਲਈਆਂ, ਸੈਣੀ ਨੇ ਲਈ ਹੈ ਤੇ ਇਹਨੇ ਕਿਉਂ ਨਹੀਂ ਲਈ? ਓਬਵੀਅਸ ਜੀ ਗੱਲ ਹੈ, ਆਏ ਪੇਸ਼ ਨਹੀਂ ਹੋਇਆ ਹੋਊਗਾ। ਮੈਂ ਅੱਜ ਵੀ ਕਿਤੇ ਨਾ ਕਿਤੇ SIT ਦੇ ਉੱਤੇ ਮੈਨੂੰ ਉਹ ਫੇਥ ਰੱਖਣਾ ਪੈ ਰਿਹਾ। ਪਲੱਸ CCTV ਫੁਟੇਜ ਮੈਂ ਨਹੀਂ ਦੇਖੀ, ਕਿਉਂਕਿ ਪਟੀਸ਼ਨ ਦੇ ਵਿੱਚ ਮੈਂ ਪਾਰਟੀ ਨਹੀਂ ਹਾਂ, ਥੱਲੜੀ ਕੋਰਟ ਦੇ ਵਿੱਚ ਮੈਨੂੰ ਉਹਦੇ ਵਿੱਚ ਪਾਰਟੀ ਨਹੀਂ ਬਣਾਇਆ, ਨਾ ਸਟੇਟ ਨੇ ਕਿਤੇ ਮੈਨੂੰ ਪਿਕਚਰ 'ਚ ਰੱਖਿਆ। ਸੋ ਇਸ ਕਰਕੇ ਮੈਨੂੰ ਉਸ ਚੀਜ਼ ਦੀ ਕੋਈ ਨੌਲੇਜ ਨਹੀਂ ਹੈ। ਹਾਂ, ਬਟ ਇੰਨੀ ਗੱਲ ਜ਼ਰੂਰ ਹੈ ਕਿ ਕੇਸ ਜੇ ਤਫਤੀਸ਼ ਕਮਜ਼ੋਰ ਹੋਈ, ਕੇਸ ਤੇ ਇੰਪੈਕਟ ਜ਼ਰੂਰ ਪੈਂਦਾ, ਮੈਂ ਉਹ ਚੀਜ਼ ਡਿਨਾਈ ਨਹੀਂ ਕਰਦਾ। ਬਟ ਐਜ਼ ਆਫ ਨਾਓ ਮੈਂ SIT ਦੇ ਰੋਲ ਨੂੰ ਕਿਤੇ ਵੀ ਕ੍ਰਿਟਿਸਾਈਜ਼ ਨਹੀਂ ਕਰ ਰਿਹਾ। ਹੌਲੀ ਹੌਲੀ ਸੱਚਾਈ ਸਾਹਮਣੇ ਆ ਜਾਊਗੀ, ਬਿਕੋਜ਼ ਅਲਟੀਮੇਟਲੀ ਫਿਲਹਾਲ ਮਤਲਬ ਜੋ ਅਲਟੀਮੇਟ ਚੀਜ਼ ਤੇ ਮੈਂ ਫੋਕਸ ਕਰ ਰਿਹਾ ਐਟ ਦਿਸ ਪੁਆਇੰਟ ਆਫ ਟਾਈਮ ਇਜ਼ ਕਿ ਤਫਤੀਸ਼ ਹੋ ਕੇ ਐਟਲੀਸਟ ਚਲਾਨ ਫਾਈਲ ਹੋ ਜੇ। ਦੇਖੋ 91 ਦਾ ਕੇਸ ਹੈ, ਦਸੰਬਰ 91 ਤੋਂ 29 ਸਾਲ ਪੂਰੇ ਹੋ ਚੁੱਕੇ। ਹੁਣ ਤਾਂ ਅਸੀਂ ਇਹ ਵੇਟ ਕਰ ਰਹੇ ਹਾਂ ਕਿ 30 ਸਾਲ ਨਾ ਹੋ ਜਾਣ। ਮੈਂ ਤਾਂ ਇੰਨਾ ਚਾਹੁੰਦਾ ਕਿ ਜਿਸ ਮਰਜ਼ੀ ਤਰ੍ਹਾਂ ਹੋਵੇ ਚਲਾਨ ਫਾਈਲ ਹੋਵੇ, ਤਫਤੀਸ਼ ਪੂਰੀ ਹੋ ਜੇ। ਚਲਾਨ ਦਾ ਮਤਲਬ ਹੈ ਤਫਤੀਸ਼ ਪੂਰੀ ਹੋਣੀ। ਇਹ ਤਾਂ ਪੂਰੀ ਹੋਣ ਦੇ ਵਿੱਚ ਜਿੰਨੀ ਛੇਤੀ ਹੋ ਜੂਗੀ, ਅੱਗੇ ਟ੍ਰਾਇਲ ਕਿੰਨਾ ਟਾਈਮ ਲੈਂਦੀ ਹੈ। ਤੁਸੀਂ ਇੱਕ ਅਫੈਕਟਡ ਪਾਰਟੀ ਹੋ, ਠੀਕ ਹੈ ਜੀ। ਤੁਹਾਡੇ ਕਲਾਇੰਟ ਨੇ ਤਸ਼ੱਦਦ ਸਹੀ, ਉਹਦੀ ਡੈਥ ਹੋ ਗਈ, ਟੌਰਚਰ ਹੋਇਆ, ਬਹੁਤ ਬੇਰਹਿਮੀ ਨਾਲ ਟੌਰਚਰ ਹੋਇਆ ਉਹ ਥਾਣੇ ਦੇ ਵਿੱਚ, ਔਰ ਇਹ ਗੱਲ ਬਿਲਕੁਲ ਵੀ ਮੰਨੀ ਨਹੀਂ ਜਾ ਸਕਦੀ ਕਿ SHO ਉਸ ਥਾਣੇ ਦਾ ਉਸ ਵੇਲੇ ਇੰਟੈਰੋਗੇਸ਼ਨ 'ਚ ਨਾ ਪਾਰਟਿਸਿਪੇਟ ਕਰ ਰਿਹਾ ਹੋਵੇ ਜਾਂ ਉਸ ਵੇਲੇ ਉੱਥੇ ਨਾ ਹੋਵੇ। ਇਹ ਤਾਂ ਗੱਲ ਮੰਨੀ ਹੀ ਨਹੀਂ ਜਾ ਸਕਦੀ, ਕਿਉਂਕਿ SSP ਬੈਠਾ ਤੇ SHO ਨੈਚੁਰਲੀ ਥਾਣੇ ਦਾ ਉੱਥੇ ਮੌਜੂਦ ਹੋਏਗਾ। ਹੁਣ ਤਾਂ ਦੇਖੋ ਜੀ, ਬਿਆਨਾਂ ਦੇ ਅਪਰੂਵਰ ਦੀ ਸਟੇਟਮੈਂਟ ਦੇ ਵਿੱਚ ਵੀ ਆਇਆ ਕਿ ਮੌਜੂਦ ਸੀ, ਔਰ ਤੁਹਾਡੀ ਗੱਲ ਬਿਲਕੁਲ ਠੀਕ ਹੈ। SHO ਦੀ ਨੌਲੇਜ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। SHO ਦੀ ਨੌਲੇਜ ਬਗੈਰ ਕੁਝ ਨਹੀਂ ਹੋ ਸਕਦਾ। ਇਹ ਇੱਕ ਸਿਸਟਮ ਬਣਿਆ ਹੋਇਆ ਪੁਲਿਸ ਦਾ ਕਿ SSP ਜੋ ਮਰਜ਼ੀ ਸੀਨੀਅਰ ਆਫਿਸਰ ਹੈ, ਲੇਕਿਨ ਭਾਵੇਂ DGP ਵੀ ਹੈਗਾ ਹੈ, ਲੇਕਿਨ ਮੌਕੇ ਦਾ ਅਫਸਰ ਤਾਂ ਆਪਣੇ ਏਰੀਆ ਦਾ ਇੰਚਾਰਜ SHO ਹੈ, ਠੀਕ ਹੈ। ਹੁਣ ਜਗੀਰ ਨੇ ਗੱਲ ਕਹੀ ਕਿ ਜੀ ਉਸ ਵੇਲੇ KIP ਸਿੰਘ ਉੱਥੇ ਸੀ ਤੇ ਹੋਰ ਕਈ ਬੰਦੇ ਸੀ, ਬਾਕੀ ਬੰਦਿਆਂ ਦੀ ਤਾਂ ਡੈਥ ਹੋ ਚੁੱਕੀ ਹੋਈ ਹੈ, ਠੀਕ ਹੈ। ਹੁਣ ਬਚਿਆ ਇਕੱਲਾ KIP ਸਿੰਘ। KIP ਸਿੰਘ ਨੂੰ ਜੋ ਹੁਣ ਤੱਕ ਮੈਨੂੰ ਲੱਗ ਰਿਹਾ ਹੈ, ਜਿਸ ਤਰੀਕੇ ਆ ਕਨਫਿਊਜ਼ਨ ਕ੍ਰੀਏਟ ਕਰਤਾ ਗਿਆ ਹੈ, ਬਈ ਉਹ ਕਹਿੰਦਾ ਮੈਂ ਇਨਵੈਸਟੀਗੇਸ਼ਨ ਜੁਆਇਨ ਕੀਤੀ ਹੈ, ਜਿਹੜਾ SHO ਹੈ ਰਾਜੀਵ, ਉਹ ਕਹਿ ਰਿਹਾ ਜੀ ਇਹਨੇ ਨਹੀਂ ਜੁਆਇਨ ਕੀਤੀ, SIT ਦੇ ਮੈਂਬਰ ਕਹਿ ਰਹੇ ਨੇ ਨਹੀਂ ਜੁਆਇਨ ਕੀਤੀ, ਸਪੈਸ਼ਲ PP ਜਿਹੜੇ ਹੈਗੇ ਨੇ ਨਰੁੱਲਾ ਸਾਹਿਬ, ਉਹਨਾਂ ਨੇ ਵੀ ਇੱਕ ਐਪਲੀਕੇਸ਼ਨ ਲਾਈ ਹੈ ਕਿ ਜੀ ਇਹਨੇ ਜੁਆਇਨ ਨਹੀਂ ਕੀਤੀ ਔਰ ਵਾਰੰਟ ਇਸ਼ੂ ਕਰਾਏ। ਇਹ ਜਿਹੜਾ ਕਨਫਿਊਜ਼ਨ ਸਾਰਾ ਕ੍ਰੀਏਟ ਕੀਤਾ ਜਾ ਰਿਹਾ ਹੈ, ਤੁਹਾਨੂੰ ਨਹੀਂ ਲੱਗਦਾ ਵੀ ਇਹ ਕਨਫਿਊਜ਼ਨ ਇਸ ਲਈ ਕ੍ਰੀਏਟ ਕੀਤਾ ਜਾ ਰਿਹਾ ਵੀ ਕਿਸੇ ਨਾ ਕਿਸੇ ਤਰੀਕੇ ਅਲਟੀਮੇਟਲੀ ਸਮੇਤ ਸਿੰਘ ਸੈਣੀ ਨੂੰ ਬਚਾਇਆ ਜਾਵੇ ਔਰ ਉਹਨੂੰ ਐਸਕੇਪ ਰੂਟ ਦਿੱਤਾ ਜਾਵੇ, ਵੀ ਇਨਵੈਸਟੀਗੇਸ਼ਨ ਹੀ ਇੰਨੀ ਢਿੱਲੀ ਕਰ ਦਿਓ ਕਿ ਉਹ
ਬਚ ਜਾਵੇ। ਜਿੱਥੇ ਤੱਕ ਤਾਂ ਜੀ ਅਰਜ਼ੀ ਲਾਉਣ ਦਾ ਸਵਾਲ ਹੈ, ਵੇਖੋ ਮੇਰੇ ਖਿਆਲ ਨਾਲ ਜਿਹੜੀ ਟੀਮ ਹੈ, ਭਾਵੇਂ ਆਪਾਂ ਨਰੂਲਾ ਸਾਹਿਬ ਨੂੰ ਲਈਏ, ਉਹ ਵੀ ਇੱਕ ਐਕਸਪੀਰੀਅੰਸਡ ਸੀਨੀਅਰ ਐਡਵੋਕੇਟ ਨੇ। ਮੇਰੇ ਖਿਆਲ ਨਾਲ ਕਿਸੇ ਵੀ ਐਂਗਲ ਤੋਂ ਮੈਨੂੰ ਕੋਈ ਰੀਜ਼ਨ ਨਹੀਂ ਹੈ ਡਾਊਟ ਕਰਨ ਦਾ ਕਿ ਜਾਣ ਪੁੱਛ ਕੇ ਇਹੋ ਜਿਹੀ ਕਨਫਿਊਜ਼ਨ ਕਰ ਰਹੇ। ਕਮੀਆਂ ਰਹਿ ਰਹੀਆਂ, ਬੰਦੇ ਹੈਗੇ ਹੈ, ਠੀਕ ਹੈ, ਉਹਨਾਂ ਤੋਂ ਗਲਤੀਆਂ ਹੋ ਰਹੀਆਂ ਹੋਣੀਆਂ, ਬਟ ਕੋਈ ਇੰਨੀ ਵੱਡੀ ਬਲੰਡਰ ਕਰੂਗਾ ਕਿ ਕੋਰਟ ਦੇ ਵਿੱਚ ਔਨ ਐਨ ਐਫੀਡੇਵਿਟ ਝੂਠਾ ਬਿਆਨ ਦੇਊਗਾ ਜਾਂ ਮਿਸਲੀਡਿੰਗ ਐਪਲੀਕੇਸ਼ਨ ਲਾ ਕੇ ਸਟੇਟ ਵੱਲੋਂ ਕੋਰਟ ਨੂੰ ਮਿਸਲੀਡ ਕਰਕੇ ਅਰੈਸਟ ਵਾਰੰਟਸ ਇਸ਼ੂ ਕਰਾਊਗਾ ਕੋਈ, ਮੇਰੇ ਖਿਆਲ ਨਾਲ ਇਹ ਬਹੁਤ ਸੀਰੀਅਸ ਚੀਜ਼ ਹੋਊਗੀ। ਇੰਨੀ ਵੱਡੀ ਗਲਤੀ ਮੇਰੇ ਖਿਆਲ ਨਾਲ ਸਟੇਟ ਨਹੀਂ ਕਰੂਗੀ। ਔਰ ਉਹ ਬਾਕੀ ਚੀਜ਼ ਹੁਣ ਇਹਦੇ ਵਿੱਚ ਪ੍ਰੂਵ ਹੋਊਗੀ ਅੱਗੇ ਐਵੀਡੈਂਸ ਜਦੋਂ ਆਉਂਦੀ ਹੈ ਕਿ ਐਕਚੁਅਲੀ KIP ਸਿੰਘ ਨੂੰ ਵਾਰੰਟਸ ਦੇ ਖਿਲਾਫ, ਮਤਲਬ ਜਦੋਂ ਵਾਰੰਟਸ ਆਬਟੇਨ ਕੀਤੇ ਹੈ, ਕੋਰਟ ਨੂੰ ਮਿਸਲੀਡ ਕੀਤਾ ਗਿਆ ਹੈ ਕਿ ਨਹੀਂ। ਬਟ ਹਾਂ, ਜੇ ਉਹ ਮਿਸਲੀਡ ਕੀਤਾ ਗਿਆ, ਡੈਫੀਨੇਟਲੀ ਕੇਸ ਕਮਜ਼ੋਰ ਹੁੰਦਾ ਹੈ, ਕਿਉਂਕਿ ਕਿਤੇ ਨਾ ਕਿਤੇ ਸਟੇਟ ਦੀ ਇਨਵੈਸਟੀਗੇਸ਼ਨ ਫੇਅਰ ਨਹੀਂ ਲੱਗਦੀ। ਔਰ ਮੈਂ ਅਜੇ ਵੀ ਇਹ ਫੀਲ ਕਰਦਾ ਕਿ ਇੰਨੀ ਵੱਡੀ ਗਲਤੀ ਸਟੇਟ ਨਹੀਂ ਕਰੂਗੀ, ਬਿਕੋਜ਼ ਇੱਕ ਲਾਇਰ ਵੱਲੋਂ, ਹੁਣ ਜੇ SPP ਵੱਲੋਂ ਵੀ ਲਈਏ, ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਨੇ ਉਹ ਫਾਈਲ ਕਰਨਾ ਹੈ ਜੋ ਫੈਕਟਸ ਉਹਨਾਂ ਨੂੰ ਦੱਸੇ ਜਾਣਗੇ ਬਾਈ ਦੀ SHO ਜਾਂ SIT ਵੱਲੋਂ। ਹੁਣ ਜੇ SIT ਮਿਸਲੀਡਿੰਗ ਫੈਕਟਸ ਦੇ ਰਹੀ ਹੈ ਔਰ ਉਹ ਐਪਲੀਕੇਸ਼ਨ ਲੱਗ ਰਹੀ ਹੈ, ਤੇ ਐਫੀਡੇਵਿਟ ਵੀ ਤਾਂ ਕੰਪਨੀ ਕਰਦੀ, SHO ਵੱਲੋਂ ਐਫੀਡੇਵਿਟ ਵੀ ਨਾਲ ਫਾਈਲ ਹੁੰਦਾ ਹੈ। ਸੋ ਮੇਰੇ ਖਿਆਲ ਨਾਲ ਇੰਨੀ ਵੱਡੀ ਗਲਤੀ ਨਹੀਂ ਕਰਨਗੇ। ਵਕੀਲ ਸਾਹਿਬ, ਤੁਸੀਂ ਜਾਂ ਤਾਂ ਬੋਲਣਾ ਨਹੀਂ ਚਾਹੁੰਦੇ ਜਾਂ ਤੁਸੀਂ ਐਕਸੈਪਟ ਕਰਨਾ ਨਹੀਂ ਚਾਹੁੰਦੇ ਵੀ SIT ਦੇ ਵਿੱਚ ਕਾਲੀਆਂ ਭੇਡਾਂ ਮਿਲੀਆਂ ਹੋਈਆਂ ਨੇ। ਜੋ ਮੈਂ ਕਾਗਜ਼ ਪੱਤਰ ਵੇਖੇ ਨੇ, ਜੋ ਮੈਂ ਕਾਗਜ਼ CCTV ਦੀ ਫੁਟੇਜ ਦੀ ਫੋਟੋਗ੍ਰਾਫਸ ਦੇਖੀਆਂ, ਉਸ 'ਚ ਬਿਲਕੁਲ ਗੱਲ ਕਲੀਅਰ ਹੈ ਕਿ ਸਰਕਾਰ ਕੇਸ ਨੂੰ ਇੰਨਾ ਕਮਜ਼ੋਰ ਬਣਾ ਦੇਣਾ ਚਾਹੁੰਦੀ ਹੈ ਵੀ ਜਿਸ ਵਿੱਚ ਸੈਣੀ ਵੀ ਬਚ ਜੇ ਔਰ KIP ਸਿੰਘ ਵੀ ਬਚ ਜੇ। ਕਨਫਿਊਜ਼ਨ ਕ੍ਰੀਏਟ ਕਰ ਰਹੀ ਹੈ, ਕਿਉਂਕਿ ਕੋਰਟ ਦੇ ਅੱਗੇ ਜੇ ਅਸੀਂ ਅਸਲੀ ਤੱਤ ਪੇਸ਼ ਹੀ ਨਹੀਂ ਕਰਾਂਗੇ ਤੇ ਜੱਜ ਸਾਹਿਬ ਕਿਵੇਂ ਆਰਡਰ ਕਰਨਗੇ, ਕਿਵੇਂ ਸਾਨੂੰ ਜਸਟਿਸ ਮਿਲੇਗਾ? ਸਵਾਲ ਇਸ ਚੀਜ਼ ਦਾ ਹੈ, ਤੁਹਾਨੂੰ ਜਸਟਿਸ ਕਿਵੇਂ ਮਿਲੇਗਾ ਜਦੋਂ ਕਿ SIT ਜਿਹੜੀ ਹੈਗੀ ਹੈ ਉਹ ਸੱਚਾਈ ਪੇਸ਼ ਹੀ ਨਹੀਂ ਕਰੇਗੀ, ਅਸਲੀ ਤੱਤ ਪੇਸ਼ ਹੀ ਨਹੀਂ ਕਰੇਗੀ, ਤਾਂ ਤੁਹਾਨੂੰ ਕਿਵੇਂ ਜਸਟਿਸ ਮਿਲੇਗਾ? ਤੁਹਾਡੇ ਕਲਾਇੰਟ ਦਾ ਤਾਂ ਉਹੀ ਹਾਲ ਹੋਏਗਾ ਜਿੱਥੇ 29 ਸਾਲ ਹੋ ਗਏ, ਫਿਰ 30, 35, 40, 45, ਫਿਰ ਉਹਦੀ ਡੈਥ ਹੋ ਜਾਏਗੀ, ਫਿਰ ਕੇਸ ਆਟੋਮੈਟਿਕਲੀ ਖਤਮ ਹੋ ਜਾਏਗਾ। ਤੇ ਇਸ ਵਾਸਤੇ ਤੁਸੀਂ ਜਾਂ ਤਾਂ ਜਵਾਬ ਵਕੀਲ ਸਾਹਿਬ ਦੇਣਾ ਨਹੀਂ ਚਾਹੁੰਦੇ ਜਾਂ ਤੁਸੀਂ ਕੁਝ ਹੋਰ ਸੋਚ ਰਹੇ ਹੋ ਵੀ ਚਲਾਨ ਪੇਸ਼ ਹੋ ਜੇ ਤਾਂ ਉਸ ਤੋਂ ਬਾਅਦ ਮੈਂ ਕੁਝ ਕਰਾਂਗਾ। ਜਿੱਥੇ ਤੱਕ ਤਾਂ ਜੀ ਨਾ ਕਹਿਣ ਦਾ ਸਵਾਲ ਹੈ, ਲਾਅ ਦੇ ਵਿੱਚ ਪ੍ਰੋਵੀਜ਼ਨ ਇਹ ਹੁੰਦੀ ਹੈ ਕਿ ਜਿੱਥੇ ਵੀ ਕਿਤੇ ਚਲਾਨ ਪੇਸ਼ ਹੋਵੇ, ਅਗੇਨ ਗੱਲ ਇਹ ਆਉਂਦੀ ਹੈ ਕਿ ਚਲਾਨ ਪੇਸ਼ ਹੋਣ ਦੀ ਸਟੇਜ, ਕਿਉਂਕਿ ਅਜੇ ਤਾਂ ਸੈਣੀ ਦੀ ਕੁਐਸਚਨ ਪਟੀਸ਼ਨ ਵੀ ਪੈਂਡਿੰਗ ਹੈ 5 ਜਨਵਰੀ ਵਾਸਤੇ। ਉਹਦੀ ਆਊਟਕਮ ਤੇ ਵੀ ਡਿਪੈਂਡ ਕਰਦਾ ਹੈ ਕਿ ਇਨਵੈਸਟੀਗੇਸ਼ਨ ਦੇ ਉੱਤੇ ਆਨਰੇਬਲ ਸੁਪਰੀਮ ਕੋਰਟ ਕੀ ਕਹਿੰਦੀ ਹੈ। ਜਦੋਂ ਵੀ ਕਿਤੇ ਕੇਸ ਦੇ ਵਿੱਚ ਚਲਾਨ ਫਾਈਲ ਹੋ ਜਾਏ, ਜਿੰਨਾ ਮਰਜ਼ੀ ਕਮਜ਼ੋਰ ਚਲਾਨ ਹੋਵੇ, ਐਜ਼ ਅ ਕੰਪਲੇਨੈਂਟ ਕਾਉਂਸਲ ਲਾਇਰ ਕੋਲ ਆਪਸ਼ਨਸ ਹੁੰਦੀਆਂ ਹੈ। ਜਿਹੜੇ ਅਕਿਊਜ਼ਡ ਨਹੀਂ ਅਕਿਊਜ਼ਡ ਬਣਾਏ ਗਏ ਉਹਨਾਂ ਨੂੰ ਸਮਨ ਕਰਵਾ ਲਵੇ 319 ਦੇ ਅੰਡਰ ਐਪਲੀਕੇਸ਼ਨ ਲਾ ਕੇ, ਐਡੀਸ਼ਨਲ ਐਵੀਡੈਂਸ ਲੀਡ ਕਰਵਾ ਦੇਵੇ, ਅਰਜ਼ੀਆਂ ਲਾ ਕੇ। ਹੁਣ ਤੱਕ ਜੋ ਮੈਂ ਇਸ ਕੇਸ ਦੇ ਵਿੱਚ ਰੋਲ ਪਲੇ ਕੀਤਾ ਹੈ, ਉਹ ਅਰਜ਼ੀਆਂ ਮੈਂ ਲਾਈ ਗਿਆ ਕੋਰਟ ਦੇ ਵਿੱਚ, ਇਰਰਿਸਪੈਕਟਿਵ ਆਫ ਕਿ ਪੁਲਿਸ ਕੀ ਕਰ ਰਹੀ ਹੈ। ਉਦੋਂ ਤੱਕ ਤਫਤੀਸ਼ ਵੀ ਸ਼ੇਪ ਨਹੀਂ ਲੈ ਰਹੀ ਸੀ। ਹੁਣ ਮੇਰੇ ਕੋਲ ਤਫਤੀਸ਼ ਦੀਆਂ ਡਿਟੇਲਸ ਨਹੀਂ ਆ ਰਹੀਆਂ, ਉਹ ਡਿਟੇਲਸ ਕੋਰਟ ਦੇ ਵਿੱਚ ਇਹਨਾਂ ਨੂੰ ਦੇਣੀਆਂ ਪੈ ਰਹੀਆਂ ਸੀ, ਕਿਉਂਕਿ ਸੈਣੀ ਦੀ ਐਂਟੀਸਪੇਟਰੀ ਬੇਲ ਪੈਂਡਿੰਗ ਸੀ। ਮੈਂ ਉਹਦੇ ਵਿੱਚ ਇੰਟਰਵੀਨ ਕਰ ਰਿਹਾ ਸੀ, ਸੈਣੀ ਬੀਇੰਗ ਦ ਮੇਨ ਅਕਿਊਜ਼। ਤੁਹਾਡੀ ਗੱਲ ਬਿਲਕੁਲ ਠੀਕ ਹੈ, ਇੱਕ SHO ਵੀ ਆਲਮੋਸਟ ਮੇਨ ਅਕਿਊਜ਼ਡ ਵਰਗਾ ਹੀ ਹੁੰਦਾ, ਕਿਉਂਕਿ ਉਹਦੇ ਥਾਣੇ ਦੇ ਵਿੱਚ ਹੁੰਦਾ। ਹੁਣ ਉਹਨੂੰ ਕਿਉਂ ਨਹੀਂ ਅਕਿਊਜ਼ਡ ਬਣਾਇਆ? ਹੁਣ ਮੰਨ ਲਓ KIP ਸਿੰਘ ਨੇ ਐਂਟੀਸਪੇਟਰੀ ਬੇਲ ਲਾਈ ਹੁੰਦੀ ਤੇ ਮੈਂ ਪੇਸ਼ ਹੋ ਜਾਂਦਾ। ਹੁਣ ਇੱਥੇ ਦਾ ਫੈਕਟ ਹੀ ਇੰਨਾ ਵੱਡਾ ਆ ਗਿਆ ਕਿ SIT ਨੇ ਸਮਨ ਭੇਜਿਆ ਹੈ ਜਾਂ ਨਹੀਂ ਭੇਜਿਆ। ਹੁਣ ਉਹ ਚੀਜ਼ ਦੇ ਉੱਤੇ ਜੇ SIT ਨੇ ਮਿਸਲੀਡ ਕੀਤਾ ਜਾਂ KIP ਨੇ ਮਿਸਲੀਡ ਕੀਤਾ, ਮੈਨੂੰ ਐਜ਼ ਅ ਕੰਪਲੇਨੈਂਟ ਕਾਉਂਸਲ SIT ਦੀ ਵਰਜ਼ਨ ਹੀ ਮੰਨਣੀ ਚਾਹੀਦੀ ਹੈ। ਆਈ ਕੈਨ ਨਾਟ ਸੇ ਕਿ ਮੈਂ ਜੀ SIT ਦੀ ਇੰਟੈਗ੍ਰਿਟੀ ਕੁਐਸਚਨ ਕਰ ਰਿਹਾ। ਜੇ ਉਹ ਕੇਸ ਕਮਜ਼ੋਰ ਕਰ ਵੀ ਰਹੇ ਹੈ, ਮੈਂ ਫਿਲਹਾਲ ਆ ਦੇਖ ਰਿਹਾ ਕਿ ਉਹਨਾਂ ਦੀ ਇੰਟੈਂਸ਼ਨ ਤਾਂ ਤਫਤੀਸ਼ ਕਰਨ ਦੀ ਹੈ ਨਾ। ਅੱਜ ਦੀ ਤਰੀਕ 'ਚ ਉਹਨਾਂ ਨੇ FIR ਤਾਂ ਰਜਿਸਟਰ ਕਰਤੀ, ਇਨਵੈਸਟੀਗੇਸ਼ਨ ਤਾਂ ਸ਼ੁਰੂ ਕਰਤੀ। ਜੇ ਉਹਨਾਂ ਨੇ ਮੰਨ ਲਓ ਸੈਣੀ ਨੂੰ ਕਿਸੇ ਨੇ ਅੰਦਰੋਂ ਮਦਦ ਵੀ ਕਰਨੀ ਹੈ, ਉਹ ਕਰ ਲੈਣ। ਮੈਂ ਆਪਣੇ ਰੋਲ ਤੋਂ ਪਿੱਛੇ ਨਹੀਂ ਹਟਿਆ, ਨਾ ਮੈਂ ਸੈਣੀ ਨੂੰ ਨਿਕਲਣ ਦੇਣਾ ਇਸ ਕੇਸ 'ਚੋਂ। ਔਰ ਜੇ ਨਿਕਲਦਾ ਵੀ ਹੈ, ਤੁਸੀਂ ਇਸ ਕੇਸ ਦਾ ਇੱਕ ਇੰਪੈਕਟ ਵੇਖੋ। ਇਸ ਕੇਸ ਤੋਂ ਬਾਅਦ ਕਿੰਨੇ ਲੋਕਾਂ ਨੇ ਅੱਗੇ ਆ ਕੇ ਸੈਣੀ ਦੀਆਂ ਡਿਟੇਲਸ ਦਿੱਤੀਆਂ ਕਿ ਜੀ ਸਾਡੇ ਨਾਲ ਵੀ ਸੈਣੀ ਨੇ ਤਸ਼ੱਦਦ ਕੀਤੀ। ਹੁਣ ਉਹ ਲੋਕ ਕਿਉਂ ਨਹੀਂ ਅੱਗੇ ਆ ਰਹੇ ਸੀ? ਕਿਉਂਕਿ ਉਹ ਕਿਤੇ ਨਾ ਕਿਤੇ ਸੈਣੀ ਦੀ ਇੱਕ ਦਹਿਸ਼ਤ ਕ੍ਰੀਏਟ ਹੋ ਰੱਖੀ ਸੀ। ਤੁਹਾਡੀ ਚੈਨਲ ਤੇ ਕਿੰਨੀ ਵਾਰੀ ਮੈਂ ਸੈਣੀ ਦੇ ਖਿਲਾਫ ਓਪਨਲੀ ਬੋਲਿਆ ਕਿ ਜੀ ਸੈਣੀ ਵਰਗੇ ਨੂੰ ਸਜ਼ਾ ਦਿਵਾਉਣੀ ਬਹੁਤ ਜ਼ਰੂਰੀ ਹੈ। ਇੱਕ ਲਾਅ ਦਾ ਡਰ
ਪੁਲਿਸ ਵਾਲਿਆਂ ਦੇ ਵਿੱਚ ਇਨਫਿਊਜ਼ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਲਾਅ ਦੀ ਰਿਸਪੈਕਟ ਨਹੀਂ ਕਰਦੇ, ਕਾਨੂੰਨ ਦੇ ਰਖਵਾਲੇ ਜੇ ਕਾਨੂੰਨ ਦੀ ਰਿਸਪੈਕਟ ਨਹੀਂ ਕਰਨਗੇ ਤੇ ਇਹ ਇੱਕ ਸਮਝੋ ਬਹੁਤ ਹੀ ਗਲਤ ਚੀਜ਼ ਹੈ ਇੱਕ ਗਵਰਨਮੈਂਟ ਸੈਟਅਪ ਵਾਸਤੇ। ਹੁਣ ਇੱਥੇ ਇਹ ਨਹੀਂ ਹੈ ਕਿ ਮੈਂ ਬੋਲਣਾ ਨਹੀਂ ਚਾਹ ਰਿਹਾ, ਮੈਨੂੰ SIT ਦੇ ਵਿੱਚ ਐਜ਼ ਅ ਕੰਪਲੇਨੈਂਟ ਕਾਉਂਸਲ ਫੇਥ ਰੱਖਣਾ ਹੀ ਚਾਹੀਦਾ। ਜੇ ਮੇਰਾ ਉਹਨਾਂ 'ਚ ਫੇਥ ਹੈ ਨਹੀਂ, ਫਿਰ ਮੇਰੇ ਕੋਲ ਆਹ ਆਪਸ਼ਨ ਹੈ ਕਿ ਮੈਂ ਕੋਰਟ ਜਾਵਾਂ ਤੇ ਕਹਾਂ ਜੀ SIT ਤੋਂ ਕੇਸ ਟ੍ਰਾਂਸਫਰ ਕਰ ਦਿਓ। ਉਹ ਆਪਸ਼ਨ ਮੈਂ ਐਕਸਰਸਾਈਜ਼ ਨਹੀਂ ਕੀਤੀ। ਸੋ ਮੈਂ ਤਾਂ ਫਿਲਹਾਲ ਆਹ ਦੇਖ ਰਿਹਾ ਕਿ ਤਫਤੀਸ਼ ਪੂਰੀ ਹੋ ਜੇ, ਜਿੰਨੀ ਛੇਤੀ ਪੂਰੀ ਹੋ ਜੇ। 29 ਸਾਲਾਂ 'ਚ ਜੋ ਕੁਝ ਨਹੀਂ ਹੋਇਆ, ਹੁਣ ਆਉਣ ਵਾਲੇ ਕੁਝ ਮਹੀਨਿਆਂ 'ਚ ਕਰ ਦੇਣ, ਸਾਲ 'ਚ ਕਰ ਦੇਣ, ਤਾਂ ਕਿ ਐਟਲੀਸਟ ਅਸੀਂ ਕੋਰਟ ਦੇ ਸਾਹਮਣੇ ਆ ਸਕੀਏ। ਵਿਰਕ ਸਾਹਿਬ, ਮੈਂ ਫਿਰ ਉਸੇ ਗੱਲ ਤੇ ਆਵਾਂਗਾ ਕਿ ਸੁਮੇਧ ਸਿੰਘ ਸੈਣੀ ਕਹਿ ਰਿਹਾ ਹੈ ਕਿ ਇਹ ਪੋਲੀਟੀਕਲ ਵੈਂਡੇਟ ਹੈ। ਉਹਨੇ ਇਹੀ ਪਲੀ ਹਰ ਜਗ੍ਹਾ ਲਈ ਹੈ, ਸੁਪਰੀਮ ਕੋਰਟ 'ਚ ਵੀ ਲਈ ਹੈ, ਲੋਅਰ ਕੋਰਟ 'ਚ, ਹਾਈ ਕੋਰਟ, ਹਰ ਜਗ੍ਹਾ ਇਹੀ ਗੱਲ ਲਈ ਹੈ ਉਹਨੇ। ਔਰ KIP ਸਿੰਘ ਜਿਹੜਾ ਹੈ ਉਹ ਜਿਹੜਾ SIT ਦੇ ਨਾਲ ਜਿਵੇਂ ਆ ਹੁਣ ਹੋਇਆ ਵੀ SIT ਕੁਝ ਕਹਿ ਰਹੀ ਹੈ, ਉਹ ਕੁਝ ਕਹਿ ਰਿਹਾ, ਕਨਫਿਊਜ਼ਨ ਇੱਕ ਕ੍ਰੀਏਟ ਕਰਕੇ ਸੈਣੀ ਬਚ ਵੀ ਜਾਵੇ। ਸਰ ਸੈਣੀ ਨੂੰ ਨਿਕਲਣ ਤਾਂ ਮੈਂ ਦਿੰਦਾ ਨਹੀਂ, ਉਹ ਸੈਣੀ ਵੀ ਜ਼ੋਰ ਲਾ ਲਵੇ। SIT ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਜੇ ਕੋਈ ਬੰਦੇ ਰਲੇ ਹੈ ਉਹ ਵੀ ਜ਼ੋਰ ਲਾ ਲੈਣ, ਨਿਕਲਣ ਤਾਂ ਮੈਂ ਸੈਣੀ ਨੂੰ ਦਿੰਦਾ ਨਹੀਂ। SIT ਦੇ ਵਿੱਚ ਮੈਂ ਕੋਈ SIT ਦੀ ਇੰਟੈਗ੍ਰਿਟੀ ਤੇ ਕੁਐਸਚਨ ਨਹੀਂ ਕਰ ਰਿਹਾ, ਮੈਂ SIT ਦਾ ਐਜ਼ ਆਫ ਨਾਓ ਪੂਰਾ ਫੇਥ ਰੱਖ ਰਿਹਾ ਕਿ SIT ਐਟਲੀਸਟ ਤਫਤੀਸ਼ ਕੈਰੀ ਆਊਟ ਕਰ ਰਹੀ ਹੈ, ਜਿਹਨੇ ਵੀ ਅੰਦਰੋਂ ਉਹਦੀ ਮਦਦ ਕਰ ਰਿਹਾ। ਦੇਖੋ ਕੋਈ ਨਾ ਕੋਈ ਤਾਂ ਮਦਦ ਕਰ ਰਿਹਾ, ਮੈਂ ਮੰਨਦਾ। ਹੁਣ ਉਹ ਜ਼ਰੂਰੀ ਨਹੀਂ SIT ਦਾ ਮੈਂਬਰ ਹੋਊਗਾ। ਹੁਣ ਸੈਣੀ ਨੇ ਪੁਲਿਸ ਫਾਈਲ ਦੇ ਕਾਗਜ਼ ਲਾਤੇ, ਕੋਰਟ ਦੇ ਵਿੱਚ ਲੱਗੇ, ਇਹ ਤਾਂ ਮਤਲਬ ਮੈਂ ਅੱਖੀਂ ਦੇਖਿਆ ਹੈ, ਮੈਂ ਉਹਦਾ ਸੀ ਤਾਂ ਜਵਾਬ ਫਾਈਲ ਕੀਤਾ। ਹੁਣ ਆਬਵੀਅਸ ਹੀ ਗੱਲ ਹੈ ਪੁਲਿਸ ਫਾਈਲ ਦੇ ਕਾਗਜ਼ ਸੁਮੇਧ ਸੈਣੀ ਕੋਲ ਕਿੱਥੋਂ ਆ ਗਏ? ਆਬਵੀਅਸ ਹੀ ਗੱਲ ਹੈ ਕਿਸੇ ਲੋਅਰ ਰੈਂਕ ਦੇ ਬੰਦੇ ਨੇ ਵੀ SIT ਦਾ ਮਤਲਬ ਇਹ ਨਹੀਂ ਹੈ ਕਿ ਕੁਝ ਲਿਮਿਟਿਡ ਮੈਂਬਰਸ ਕੰਮ ਕਰ ਰਹੇ, ਇਹਦਾ ਮਤਲਬ ਉਹਨਾਂ ਕੋਲ ਸਟਾਫ ਵੀ ਹੋਊਗਾ, ਉਹਨਾਂ ਕੋਲ ਟਾਈਪਿਸਟ ਵੀ ਹੋਣੇ ਆ, ਉਹਨਾਂ ਕੋਲ ਜਿਹੜੇ ਫੋਟੋਕਾਪੀ ਕਰਾਉਣ ਲਈ ਜਿਹੜੇ ਬੰਦੇ ਨੂੰ ਭੇਜਣੀ ਹੈ ਫਾਈਲ ਦੇ ਕੇ, ਕੀ ਪਤਾ ਉਸ ਬੰਦੇ ਦੇ ਹੱਥੋਂ ਕਾਗਜ਼ ਕੱਢ ਲਏ ਹੋਣ, ਕੀ ਪਤਾ ਜਿੱਥੇ ਪ੍ਰਿੰਟ ਕੱਢ ਰਹੇ ਉੱਥੋਂ ਮਤਲਬ ਲੀਕ ਹੋ ਗਏ ਹੋਣ, ਗੋਡ ਨੋਜ਼ ਕਿੱਥੇ ਕੀ ਹੋ ਰਿਹਾ। ਬਟ ਠੀਕ ਹੈ, ਸੈਣੀ ਹਰ ਵਾਰੀ ਪਹਿਲੇ ਦਿਨ ਤੋਂ ਇਸ ਕੇਸ ਦੇ ਵਿੱਚ ਮੈਂ ਤੁਹਾਡੀ ਗੱਲ ਮੰਨਦਾ, ਇਹ ਸ਼ੋਅ ਕਰ ਰਿਹਾ ਕਿ ਵੀ ਉਹਦੇ ਕੋਲ ਤਫਤੀਸ਼ ਦੀ ਡਿਟੇਲ ਇੱਕ ਡਿਟੇਲ ਹੈ। 302 ਐਡ ਹੋਣ ਤੋਂ ਪਹਿਲਾਂ ਉਹ ਕੋਰਟ ਚਲਾ ਗਿਆ ਕਿ ਮੇਰੇ ਤੋਂ 302 ਲੱਗਣ ਜਾ ਰਹੀ ਹੈ। ਉਹਨੂੰ ਅਜੇ ਅਰੈਸਟ ਨਹੀਂ ਕੀਤਾ, ਉਹਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ ਦੀ ਅਜੇ ਡਾਇਰੈਕਸ਼ਨ ਹੋਈ ਹੈ, ਨਾਲ ਦੀ ਨਾਲ ਉਹਨੇ ਕਹਿਤਾ ਜੀ ਮੈਨੂੰ ਤਾਂ ਦੂਜੇ ਪੁਰਾਣੇ ਕੇਸ ਕਰਨਗੇ। ਉਹ ਕੋਰਟ ਜਾ ਕੇ ਬਲੈਂਕਟ ਬੇਲ ਲੈ ਆਇਆ। 5 ਤਰੀਕ ਨੂੰ ਸੁਮੇਧ ਸਿੰਘ ਸੈਣੀ ਦਾ ਕੇਸ ਲੱਗਿਆ ਸੁਪਰੀਮ ਕੋਰਟ 'ਚ। ਜੋ ਅਸੀਂ ਹਾਲਾਤ ਦੇਖ ਰਹੇ ਹਾਂ SIT ਦੀ ਇਨਵੈਸਟੀਗੇਸ਼ਨ ਦੀ, ਜੋ ਤਰੀਕੇ ਇਨਵੈਸਟੀਗੇਸ਼ਨ ਉਹ ਕਰ ਰਹੀ ਹੈ, ਇਹੀ ਰਿਪੋਰਟਾਂ ਜਾ ਕੇ ਸੁਪਰੀਮ ਕੋਰਟ ਲੱਗਣੀਆਂ ਨੇ। ਜਦੋਂ SIT ਨੇ ਪ੍ਰੋਪਰ ਇਨਵੈਸਟੀਗੇਸ਼ਨ ਹੀ ਨਹੀਂ ਕੀਤੀ, ਇਨਵੈਸਟੀਗੇਸ਼ਨ 'ਚ ਢਿੱਲ ਵਰਤਤੀ, ਕਿਆ ਤੁਹਾਨੂੰ ਲੱਗਦਾ ਨਹੀਂ ਵੀ ਸੁਪਰੀਮ ਕੋਰਟ ਉਹਦਾ ਕੇਸ ਖਾਰਿਜ ਕਰ ਦੇਗੀ ਜਾਂ ਉਹ ਸੈਣੀ ਦੇ ਹੱਕ 'ਚ ਫੈਸਲਾ ਹੋ ਜਾਏਗਾ? ਅਸੀਂ ਤਾਂ ਜੀ ਦੇਖੋ ਸ਼ੁਰੂ ਤੋਂ ਲੜਦੇ ਆਏ ਹਾਂ। ਜਦੋਂ ਸੈਣੀ ਨੂੰ ਰਿਲੀਫ ਮਿਲ ਰਿਹਾ ਸੀ, ਮੈਂ ਤੇ ਉਦੋਂ ਵੀ ਬੜਾ ਠੋਕ ਕੇ ਕਿਹਾ ਕਿ ਮੈਂ ਅਖੀਰ ਤੱਕ ਲੜਾਂਗਾ ਕੇਸ, ਪੂਰਾ ਜ਼ੋਰ ਲਾ ਕੇ ਲੜਾਂਗਾ, ਔਰ ਮੈਂ ਕੇਸ SIT ਦੇ ਮੋਢਿਆਂ ਤੋਂ ਨਹੀਂ ਲੜ ਰਿਹਾ। ਦੇਖੋ ਤੁਸੀਂ ਇੱਕ ਵਾਰੀ ਮੇਰੇ ਐਂਗਲ ਤੋਂ ਸੋਚੋ, 1000 ਫੈਕਟਰਸ ਹੋਣਗੇ ਡੀਮੋਰਲਾਈਜ਼ ਕਰਨ ਵਾਲੇ, 1000 ਤਰ੍ਹਾਂ ਦੇ ਮੈਸੇजेस ਹੋਣਗੇ ਜਿਹੜੇ ਸੈਣੀ ਆ ਉਹਦੇ ਸਪੋਰਟਰਸ ਵੱਲੋਂ ਜਾਣ ਕੇ ਪਹੁੰਚਾਏ ਜਾ ਰਹੇ ਹੋਣੇ ਟੂ ਡੀਮੋਰਲਾਈਜ਼। ਹੁਣ ਤੁਹਾਨੂੰ ਕੀ ਲੱਗਦਾ ਜੇ ਸੈਣੀ ਕੋਲ ਪੁਲਿਸ ਫਾਈਲ ਦੀ ਐਕਸੈਸ ਹੈ ਤੇ ਉਹ ਇੰਨਾ ਕੱਚਾ ਹੈ ਕਿ ਉਹ ਕੋਰਟ ਦੇ ਵਿੱਚੋਂ ਕਾਗਜ਼ ਦਿਖਾ ਰਿਹਾ ਸਾਨੂੰ? ਨਹੀਂ, ਉਹ ਸਿਰਫ ਸਾਨੂੰ ਡੀਮੋਰਲਾਈਜ਼ ਕਰਨ ਦੀ ਕੋਸ਼ਿਸ਼ ਹੈ ਕਿ ਤੁਸੀਂ ਕੀ ਕਰ ਰਹੇ ਹੋ। ਆਹ ਦੇਖੋ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਕਾਲੀਆਂ ਭੇਡਾਂ ਵਿੱਚ ਮੌਜੂਦ ਹੈ, ਉਹ ਇਹੀ ਸ਼ੋਅ ਕਰਨ ਦੀ ਕੋਸ਼ਿਸ਼ ਕਰਦਾ ਕਿ ਉਹ ਸਾਰੀ। ਹੁਣ ਬਰਗਾੜੀ ਕੇਸ ਦੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਬਰਗਾੜੀ ਕੇਸ ਦੇ ਵਿੱਚ ਸੈਣੀ ਨੇ ਪੁਲਿਸ ਫਾਈਲ ਦੇ ਕੋਈ ਡਾਕੂਮੈਂਟਸ ਲਾਤੇ। ਹੁਣ ਉਹ ਕਦੋਂ ਲਾਏ? ਜਦੋਂ ਸੈਣੀ ਅਕਿਊਜ਼ਡ ਬਣ ਗਿਆ। ਹੁਣ ਤੁਸੀਂ ਮੈਨੂੰ ਇਹ ਸਮਝਾਓ, ਉਹਨੇ ਸੁਪਰੀਮ ਕੋਰਟ ਦੇ ਮੁਲਤਾਨੀ ਕੇਸ ਦੇ ਵਿੱਚ, ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਬਰਗਾੜੀ ਕੇਸ ਦੀ ਪੁਲਿਸ ਫਾਈਲ ਦੇ ਕਾਗਜ਼ ਲਾਤੇ। ਹੁਣ ਸੋਚਣ ਵਾਲੀ ਗੱਲ ਹੈ, ਜੇ ਉਹ ਟੀਮ ਸੈਣੀ ਨੂੰ ਨਾਮਜ਼ਦ ਕਰ ਰਹੀ ਹੈ ਉਸ ਕੇਸ ਦੇ ਵਿੱਚ, ਤੇ ਸੁਮੇਧ ਸੈਣੀ ਕੋਲ ਉਹ ਕਾਗਜ਼ ਕਿੱਥੋਂ ਆਏ? ਆਬਵੀਅਸਲੀ ਕਿਸੇ ਲੋਅਰ ਰੈਂਕ ਦੇ ਬੰਦੇ ਨੇ ਕੱਢਤੇ, ਕਿਸੇ ਕਾਂਸਟੇਬਲ ਨੇ ਆਉਂਦੇ ਜਾਂਦੇ ਫਾਈਲ ਕਿਤੇ ਚੁੱਕ ਕੇ ਫੋਟੋਕਾਪੀ ਕਰਾ ਕੇ ਉਹਨੂੰ ਕਾਗਜ਼ ਦੇਤਾ। ਅਦਰਵਾਈਜ਼ ਸੈਣੀ ਕੋਲ ਪੁਲਿਸ ਫਾਈਲ ਦੇ ਐਕਸੈਸ ਨਹੀਂ ਆ ਸਕਦੀ। ਹੁਣ ਉਹ ਇੱਥੇ ਲਾਉਣ ਦਾ ਕਾਰਨ ਕੀ ਹੈ? ਜਸਟ ਟੂ ਡੀਮੋਰਲਾਈਜ਼, ਸ਼ੋਇੰਗ ਕਿ ਜੀ ਮੇਰੀ ਅਜੇ ਵੀ ਇੰਨੀ ਚੱਲਦੀ ਹੈ ਕਿ ਮੇਰੇ ਬੰਦੇ ਹਰ ਪਾਸੇ ਬੈਠੇ ਹੈ। ਹੁਣ ਜੇ ਮੈਂ ਉਹਨਾਂ ਚੀਜ਼ਾਂ ਨੂੰ ਕੰਸੀਡਰ ਕਰਾਂ ਤੇ ਮੈਨੂੰ ਇੱਕ ਡੀਮੋਰਲਾਈਜ਼ ਹੋਣ ਦੀ ਜਾਂ ਮਤਲਬ ਇੱਕ ਡਿਸਹਾਰਟਨ ਹੋਣ ਦੇ 100 ਗਰਾਊਂਡਸ ਨੇ। ਪਰ ਅਗੇਨ ਗੱਲ ਇਹ ਆਉਂਦੀ ਹੈ, ਮੈਂ ਜਿਹੜੀ ਗੱਲ ਹਮੇਸ਼ਾ ਕਹਿਣਾ ਕਿ ਮੇਰਾ ਫੇਥ ਰੱਬ ਦੇ ਵਿੱਚ ਹੈ। ਗੁਰੂ ਸਾਹਿਬ ਦੀ ਗੱਲ ਮੈਂ ਫਿਰ ਉਹੀ ਕੋਟ ਕਰਾਂਗਾ, ਦੇਸ਼ ਸੇਵਾ ਬਰ ਮੋਹਿ ਹੈ, शुभ कर मन ते कभू न टरो, न डरो और सो जब जाए लरो, निश्चय कर अपनी जीत करो। ਸੋ ਮੈਂ ਤਾਂ ਉਹ ਜਿੱਤ ਦਾ ਰਾਹ ਗੁਰੂ ਸਾਹਿਬ ਦਾ ਦਿੱਤਾ ਵੇਖ ਕੇ ਉਸੇ ਰਾਹ ਤੇ ਚੱਲਦਾ।
ਜਾਣਦੇ ਹਾਂ ਕਿ ਸੈਣੀ ਵਰਗੇ ਨੂੰ ਇਹਦੇ ਪਾਪਾਂ ਦੀ ਸਜ਼ਾ ਮਿਲੂਗੀ, ਔਰ ਜੇ ਨਾ ਮਿਲਣੀ ਹੁੰਦੀ ਤੇ ਰੱਬ ਮੈਨੂੰ ਇਸ ਕੇਸ 'ਚ ਨਾ ਲਿਆਉਂਦੇ। ਭੱਜ ਲੈ ਸੈਣੀ, ਜ਼ੋਰ ਲਾ ਲਵੇ, ਡੀਮੋਰਲਾਈਜ਼ ਕਰ ਲਵੇ, ਜਿਹਦੇ ਤੋਂ SIT ਕਰੇ ਜਾਂ ਕੋਈ ਕਰੇ ਜਾਂ ਜਿਹੜਾ ਮਰਜ਼ੀ ਇਹਦੀ ਹੈਲਪ ਕਰ ਲਵੇ, ਮੈਂ ਸੈਣੀ ਨੂੰ ਨਹੀਂ ਨਿਕਲਣ ਦਿੰਦਾ। ਉਸ ਚੀਜ਼ ਤੇ ਮੈਂ ਬਹੁਤ ਕਲੀਅਰ ਹਾਂ। ਆ ਡੀਮੋਰਲਾਈਜ਼ਿੰਗ ਚੀਜ਼ਾਂ, ਸੌਰੀ ਮੈਂ ਤੁਹਾਡੀ ਇੰਟਰਵਿਊ ਦੇ ਵਿੱਚ ਵੀ ਕਾਫੀ ਹੱਦ ਤੱਕ ਡਿਨਾਈ ਕੀਤੀਆਂ, ਉਹ ਮੈਂ ਤਾਂ ਕਰਦਾ ਬਿਕੋਜ਼ ਮੈਨੂੰ ਉਸ ਚੀਜ਼ ਦਾ ਫਰਕ ਨਹੀਂ ਪੈਂਦਾ। ਕਮਜ਼ੋਰ ਤਫਤੀਸ਼ ਹੋਵੇ ਜਾਂ ਡਿਲੇਡ ਤਫਤੀਸ਼ ਹੋਵੇ, ਐਟ ਦੀ ਐਂਡ ਆਫ ਦੀ ਡੇ ਸੈਣੀ ਨੂੰ ਉਹਦੇ ਪਾਪਾ ਦੀ ਸਜ਼ਾ ਦਿਵਾਉਣੀ ਹੈ, ਜਿਹਦੇ ਵਿੱਚ ਮੇਰੇ ਵੱਲੋਂ ਉਹ ਕਮੀਆਂ ਪੂਰੀ ਕਰਨ ਦਾ ਜਿਹੜਾ ਰੋਲ ਹੈ ਉਹ ਮੈਂ ਇਫੈਕਟਿਵਲੀ ਪਲੇ ਕਰ ਵੀ ਰਿਹਾ ਔਰ ਅੱਗੇ ਵੀ ਕਰਦਾ ਰਵਾਂਗਾ। ਜਿਹਨੇ ਸੈਣੀ ਦੀ ਹੈਲਪ ਕਰਨੀ ਹੈ ਕਰ ਲਵੇ, ਜਿੱਥੇ ਤੱਕ ਸੈਣੀ ਨੇ ਕਿਸੇ ਦੀ ਹੈਲਪ ਲੈਣੀ ਹੈ ਲੈ ਲਵੇ। ਉਹਦੇ ਪੋਲੀਟੀਕਲ ਦੋਸਤ, ਉਹਦੇ ਪੁਲਿਸ ਦੇ ਦੋਸਤ, ਉਹਦੇ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦੇ ਦੋਸਤ, ਜਿਹਦੇ ਤੋਂ ਮਦਦ ਲੈਣੀ ਹੈ ਲੈ ਲਵੇ। ਮੈਂ ਸਿਰਫ ਔਰ ਸਿਰਫ ਰੱਬ ਤੇ ਵਿਸ਼ਵਾਸ ਰੱਖ ਕੇ ਚੱਲਦਾ, ਔਰ ਇਸ ਕੇਸ ਦੇ ਵਿੱਚ ਵੀ ਤੁਹਾਡੇ ਦਰਸ਼ਕਾਂ ਦੇ ਸਾਹਮਣੇ ਕਹਿ ਰਿਹਾ, ਤੁਹਾਡੀਆਂ ਅਰਦਾਸਾਂ ਮੇਰੀਆਂ ਸਪੋਰਟ ਨੇ, ਮੇਰੀਆਂ ਸਟਰੈਂਥ ਨੇ। ਸੈਣੀ ਨੂੰ ਉਹਦੇ ਪਾਪਾਂ ਦੀ ਸਜ਼ਾ ਦਿਵਾ ਕੇ ਰਵਾਂਗਾ। ਵਿਰਕ ਸਾਹਿਬ ਨਾਲ ਜਿੰਨੀ ਸਾਡੀ ਗੱਲਬਾਤ ਹੋਈ ਹੈ ਉਸ ਤੋਂ ਇਹ ਗੱਲ ਲੱਗ ਰਹੀ ਹੈ ਕਿ ਵਿਰਕ ਸਾਹਿਬ ਤਾਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਗਏ ਕਿ ਇਸ ਕੇਸ ਨੂੰ ਲਗਾਤਾਰ SIT ਜਾਂ ਉਹਦੇ ਜਿਹੜੇ ਕੋਈ ਪੁਲਿਸ ਦੇ ਵਿੱਚ ਉਹਦੇ ਦੋਸਤ ਨੇ, ਕਾਲੀਆਂ ਭੇਡਾਂ ਨੇ, ਮੈਂ ਬਾਰ-ਬਾਰ ਇਹੀ ਵਰਡ ਇਸਤੇਮਾਲ ਕਰਦਾ ਕਿ ਉਹ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਉਹਦੇ ਵਿੱਚ ਅਗਰ ਇਹ ਕੇਸ ਬਹੁਤ ਕਮਜ਼ੋਰ ਹੋ ਜਾਂਦਾ ਹੈ, SIT ਪ੍ਰੋਪਰ ਆਪਣੇ ਤੱਤ ਨਹੀਂ ਦਿੰਦੀ, ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਕਰਦੀ, ਤੇ ਨੈਚੁਰਲੀ ਸੁਪਰੀਮ ਕੋਰਟ ਦੇ ਸਾਹਮਣੇ ਜਦੋਂ ਇਹ ਇਨਵੈਸਟੀਗੇਸ਼ਨ ਰਿਪੋਰਟ ਜਾਏਗੀ, ਸੁਪਰੀਮ ਕੋਰਟ ਤੋਂ ਉਹਨੂੰ ਰਿਲੀਫ ਮਿਲ ਹੀ ਜਾਏਗਾ। ਉਹਦਾ ਹੋ ਸਕਦਾ ਕਿ 5 ਤਰੀਕ ਨੂੰ ਕੇਸ ਖਾਰਿਜ ਹੀ ਹੋ ਜਾਏ, FIR ਹੀ ਖਾਰਿਜ ਹੋ ਜਾਏ। ਲੇਕਿਨ ਜਿੰਨੇ ਤੱਤ ਅਸੀਂ ਤੁਹਾਨੂੰ ਦਿੱਤੇ ਨੇ ਉਸ ਨੂੰ ਤੁਸੀਂ ਸੁਣ ਕੇ ਉਹ ਤੁਸੀਂ ਸੋਚੋ ਔਰ ਸਾਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ SIT ਜਾਂ ਉਹਦੇ ਜਿਹੜੇ ਹੋਰ ਦੋਸਤ ਨੇ ਜਿਹੜੇ ਪੁਲਿਸ 'ਚ ਉਹਦੇ ਨਾਲ ਕੰਮ ਕੀਤਾ, ਜਿਨ੍ਹਾਂ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਨਹੀਂ ਕਰ ਰਹੇ। ਕਿਆ ਤੁਹਾਨੂੰ ਲੱਗਦਾ ਹੈ ਵੀ ਬਲਵੰਤ ਸਿੰਘ ਮੁਲਤਾਨੀ ਨੂੰ ਇਨਸਾਫ ਮਿਲੇਗਾ? ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ। नेशनल बस पर लेटेस्ट न्यूज और एंटरटेनमेंट वीडियोस देखने के लिए सब्सक्राइब करें, लाइक करें, कमेंट करें और शेयर करें। थैंक्स फॉर वॉचिंग।